ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸ਼ਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ, ਪ੍ਰਭ ਕੈ ਸਿਮਰਨ ਅਣਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਬਾਦਸ਼ਾਹ ਦਰਵੇਸ਼, ਪੁੱਤਰਾਂ ਦੇ ਦਾਨੀ, ਅੰਮ੍ਰਿਤ ਦੇ ਦਾਤੇ, ਨੀਲੇ ਦੇ ਸ਼ਾਹ ਅਸਵਾਰ ਅਤੇ ਬਾਜਾਂ ਵਾਲੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਧਰੀਏ। ਸਤਿਕਾਰ ਨਾਲ, ਪ੍ਰੇਮ ਨਾਲ ਜੁੜ ਕੇ ਅਦਬ ਸ਼ਰਧਾ ਸਹਿਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਦੇ ਨਾਲ ਆਓ ਜੀ ਸਾਂਝ ਪਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਤੇ ਅੱਜ ਇੱਕ ਬਹੁਤ ਵੱਡੀ ਕਿਰਪਾ ਦ੍ਰਿਸ਼ਟੀ ਕੀਤੀ ਹੈ ਅਤੇ ਸੁਖਮਨੀ ਸਾਹਿਬ ਜੀ ਦੀ ਪਹਿਲੀ ਅਸ਼ਟਪਦੀ ਦਾ ਦੂਸਰਾ ਬੰਦ, ਜਿਹਦੀ ਵਿਚਾਰ ਦੇ ਲਈ ਅੱਜ ਅਸੀਂ ਦੁਬਾਰਾ ਹਾਜ਼ਰ ਹੋਏ ਹਾਂ, ਜੁੜੇ ਹਾਂ। ਦੂਸਰੇ ਬੰਦ ਦੇ ਵਿੱਚ ਰਹਾਉ ਦੀ ਪੰਕਤੀ ਹੈ ਤੇ ਮੈਂ ਉਹਦੇ ਲਈ ਇੱਕ ਤੁਹਾਨੂੰ ਬੇਨਤੀ ਕਰ ਦਵਾਂ ਕਿ ਰਹਾਉ ਦਾ ਮਤਲਬ ਹੁੰਦਾ ਟਿਕਣਾ, ਟਿਕ ਜਾਓ, ਰੁਕੋ। ਰਹਾਉ ਜਿੱਥੇ ਵੀ ਆ ਜਾਏ, ਜਿਵੇਂ ਤਕਰੀਬਨ ਹਰ ਇੱਕ ਸ਼ਬਦ ਦੇ ਵਿੱਚ ਰਹਾਉ ਦਾ ਬੰਦ ਹੁੰਦਾ ਹੈ ਤੇ ਉੱਥੇ ਉਹਦਾ ਮਤਲਬ ਹੁੰਦਾ ਹੈ ਕਿ ਪੂਰੇ ਸ਼ਬਦ ਦਾ ਜਿਹੜਾ ਮੇਨ ਆਈਡੀਆ ਹੈ, ਮੀਨਿੰਗ ਹੈ, ਉਹ ਸਾਰਾ ਦਾ ਸਾਰਾ ਇਸ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਹੈ। ਜਿਵੇਂ ਪੂਰੇ ਸੁਖਮਨੀ ਸਾਹਿਬ ਦੇ ਵਿੱਚ ਜਿਹੜੀ ਗੱਲ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ, ਉਹਦਾ ਮੇਨ ਆਈਡੀਆ ਰਹਾਉ ਦੀਆਂ ਪਾਵਨ ਪੰਕਤੀਆਂ ਦੇ ਵਿੱਚ ਹੈ, ਜਿੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਲਿਖਿਆ ਵੀ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਕਿ ਦੁਨੀਆ ਦੇ ਲੋਕੋ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਅਮਰ ਕਰ ਦੇਣ ਵਾਲਾ ਹੈ ਤੇ ਉਹੀ ਸੁਖਦਾਈ ਨਾਮ ਸੁੱਖਾਂ ਦੀ ਮਨੀ ਹੈ। ਇਹਦਾ ਮਤਲਬ ਹੈ ਜਿਹੜਾ ਇਨਸਾਨ ਇਸ ਸੁਖਮਨੀ ਰੂਪ ਨਾਮ ਦੇ ਨਾਲ ਕਨੈਕਟ ਹੋ ਜਾਏ, ਉਹਦੇ ਅੰਦਰ ਜਿੱਥੇ ਆਤਮਿਕ ਸੁੱਖਾਂ ਦੇ ਭੰਡਾਰ ਪੈਦਾ ਹੋ ਜਾਂਦੇ ਨੇ, ਉੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਸ ਇਨਸਾਨ ਨੂੰ ਆਤਮਿਕ ਮੌਤ ਨਹੀਂ ਆਉਂਦੀ ਹੈ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਸੁਖਮਣੀ ਕੇਵਲ ਪਰਮਾਤਮਾ ਦਾ ਨਾਮ ਹੈ। ਸੁਖਮਣੀ ਕੋਈ ਪੱਥਰ ਨਹੀਂ ਹੈ, ਕੋਈ ਪੱਥਰ ਲੈ ਕੇ ਤਾਂ ਉਹਨੂੰ ਆਪਣੇ ਗਲ ਵਿੱਚ ਪਾ ਲੈਣ ਦੇ ਨਾਲ ਸੁੱਖ ਨਹੀਂ ਮਿਲਣੇ ਨੇ। ਅੱਜ ਦੁਨੀਆ ਦੇ ਬਹੁਤ ਵੱਡੇ ਐਕਟਰ ਵੀ ਤੁਸੀਂ ਦੇਖਦੇ ਹੋ ਨਾ ਕਿ ਚੰਗੇ ਧਨਾੜ ਐਕਟਰ, ਵੱਡੇ ਐਕਟਰ ਵੀ ਜਿਹੜੇ ਬਹੁਤ ਐਜੂਕੇਸ਼ਨਲ ਨੇ, ਬਹੁਤ ਪੈਸੇ ਵਾਲੇ ਨੇ, ਲੇਕਿਨ ਇਹਦੇ ਬਾਵਜੂਦ ਵੀ ਆਪਣੇ ਹੱਥਾਂ ਦੇ ਵਿੱਚ ਬ੍ਰੈਸਲੇਟ ਪਾ ਕੇ ਰੱਖਦੇ ਨੇ ਜਿਨ੍ਹਾਂ ਦੇ ਵਿੱਚ ਸਪੈਸ਼ਲ ਨਗ ਲੱਗਾ ਹੁੰਦਾ। ਆਪਣੇ ਹੱਥਾਂ ਦੇ ਵਿੱਚ ਸਪੈਸ਼ਲ ਮੁੰਦਰੀਆਂ ਪਾ ਕੇ ਰੱਖਦੇ ਨੇ ਜਿਨ੍ਹਾਂ ਦੇ ਵਿੱਚ ਨਗ ਲੱਗੇ ਹੁੰਦੇ ਨੇ, ਜਾਂ ਆਪਣੇ ਗਲੇ ਵਿੱਚ ਲੌਕ ਪਾਏ ਹੁੰਦੇ ਨੇ ਜਿਨ੍ਹਾਂ ਵਿੱਚ ਸਪੈਸ਼ਲ ਕੁਝ ਤਿਆਰ ਕਰਕੇ ਪਾਇਆ ਹੁੰਦਾ ਹੈ। ਇਹ ਸਿਰਫ ਤੇ ਸਿਰਫ ਵਹਿਮ ਹੈ, ਹੋਰ ਕੁਝ ਨਹੀਂ। ਅੱਜ ਦੁਨੀਆ ਦੇ ਵਿੱਚ ਬਹੁਤ ਵੱਡਾ ਬਿਜ਼ਨਸ ਹੈ ਪੱਥਰਾਂ ਦਾ। ਉਹਨਾਂ ਪੱਥਰਾਂ ਦਾ ਬਿਜ਼ਨਸ ਜਿਹੜਾ ਹੈ ਉਹ ਬੰਦੇ ਦੀ ਕਿਸਮਤ ਨਾਲ ਚੱਲਦਾ ਹੈ ਤੇ ਪੱਥਰ ਵੀ ਵੱਖ-ਵੱਖ ਤਰੀਕੇ ਦੇ ਨੇ, ਬੜੇ ਮਹਿੰਗੇ ਨੇ ਰਤਨ, ਜਿਨ੍ਹਾਂ ਨੂੰ ਅੰਗੂਠੀਆਂ ਦੇ ਵਿੱਚ ਜਾਂ ਬ੍ਰੈਸਲੇਟ ਦੇ ਰੂਪ ਦੇ ਵਿੱਚ ਅੱਜ ਲੋਕ ਧਾਰਨ ਕਰਦੇ ਨੇ, ਕੇਵਲ ਤੇ ਕੇਵਲ ਇਸ ਕਾਰਨ ਕਰਕੇ ਵੀ ਇਹਦੇ ਨਾਲ ਸਾਡਾ ਲੱਕ ਵਧੀਆ ਹੋ ਜਾਏਗਾ। ਭੁੱਲਿਓ, ਇਹ ਕੱਖ ਨਹੀਂ ਹੋਣਾ ਜੀ। ਇਹ ਸਿਰਫ ਤੇ ਸਿਰਫ ਵਹਿਮ ਹੈ। ਜਿਹੜੇ ਲੋਕ ਆਪ ਪੱਥਰ ਵੇਚ ਕੇ ਗੁਜ਼ਾਰਾ ਪਏ ਕਰਦੇ ਨੇ, ਉਹ ਕਿਉਂ ਨਹੀਂ ਉਹਨਾਂ ਪੱਥਰਾਂ ਨੂੰ ਆਪਣੇ ਗਲ ਵਿੱਚ ਲਟਕਾ ਲੈਂਦੇ ਤੇ ਆਪਣਾ ਭਾਗ ਉੱਚਾ ਕਰ ਲੈਂਦੇ,
ਜਿਹੜੇ ਤੁਹਾਡਾ ਭਾਗ ਉੱਚਾ ਕਰਨ ਦੇ ਲਈ ਤੁਹਾਨੂੰ ਪੰਡਤ ਜਾਂ ਜੋਤਸ਼ੀ ਜਾਂ ਹੋਰ ਬੇਵਕੂਫ ਲੋਕ ਜਿਹੜੇ ਨੇ ਉਹ ਮੂਰਖ ਬਣਾ ਕੇ ਕਹਿੰਦੇ ਨੇ ਆ ਪੱਥਰ ਗਲ ਵਿੱਚ ਪਾਉਣ ਨਾਲ ਤੁਹਾਡੇ ਭਾਗ ਜਿਹੜੇ ਨੇ ਜਾਗ ਪੈਣਗੇ, ਤੁਹਾਡੀ ਕਿਸਮਤ ਚਮਕ ਪੈਗੀ, ਤੁਹਾਡੇ ਘਰ 'ਚ ਸੁੱਖ ਹੋ ਜਾਣਗੇ। ਸਿਰਫ ਇੰਨਾ ਸਵਾਲ ਉਹਨਾਂ ਨੂੰ ਕਰਦੇ ਹੋ ਕਿ ਦੂਸਰਿਆਂ ਨੂੰ ਵੇਚਣ ਵਾਲਿਓ, ਤੁਸੀਂ ਆਪ ਕਿਉਂ ਨਹੀਂ ਇਹਨਾਂ ਪੱਥਰਾਂ ਨੂੰ ਗਲ ਵਿੱਚ ਪਾਉਂਦੇ, ਹੱਥਾਂ ਵਿੱਚ ਲਟਕਾਉਂਦੇ, ਤੁਹਾਡੇ ਭਾਗ ਜਾਗ ਪੈਣ? ਤੁਸੀਂ ਕਿਉਂ ਬਿਜ਼ਨਸ ਕਰ ਰਹੇ ਹੋ? ਇਹ ਸਿਰਫ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ, ਹੋਰ ਗੱਲ ਕੁੱਖ ਨਹੀਂ ਹੈ। ਤੇ ਮੂਰਖਤਾ ਵੀ ਇੰਨੀ ਵੱਧ ਗਈ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਾਣ ਬਾਣੀ ਵਿੱਚ ਇੱਕ ਬਚਨ ਹੈ, ਮਹਾਰਾਜ ਕਹਿੰਦੇ ਮੂਰਖ ਇਨਸਾਨ ਜਦੋਂ ਜ਼ਿੰਦਗੀ 'ਚ ਸੁੱਖ ਆ ਜਾਣ ਉਦੋਂ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਤੇ ਜਦੋਂ ਇਨਸਾਨ ਦੀ ਜ਼ਿੰਦਗੀ 'ਚ ਦੁੱਖ ਆ ਜਾਣ ਤਾਂ ਉਦੋਂ ਇਨਸਾਨ ਵਿਲਕਣਾ ਸ਼ੁਰੂ ਕਰ ਦਿੰਦਾ ਹੈ, ਭਾਵ ਕਿ ਇਨਸਾਨ ਬਰਾਬਰ ਨਹੀਂ ਰਹਿੰਦਾ। ਸਿਰਫ ਮੈਂ ਇੰਨੀ ਕੁ ਬੇਨਤੀ ਤੁਹਾਨੂੰ ਕਰ ਦਵਾਂ ਸੰਖੇਪ ਰੂਪ ਦੇ ਵਿੱਚ ਕਿ ਕੋਈ ਬ੍ਰੈਸਲੇਟ ਪਾਉਣ ਨਾਲ, ਲੌਕਟ ਪਾਉਣ ਨਾਲ, ਤਵੀਤ ਬੰਨਣ ਨਾਲ ਜਾਂ ਪੱਥਰਾਂ ਨੂੰ ਆਪਣੀਆਂ ਨਗ ਬਣਾ ਕੇ ਮੁੰਦਰੀਆਂ ਦੇ ਵਿੱਚ ਪਾਉਣ ਨਾਲ ਕਦੇ ਕੋਈ ਅਮੀਰ ਨਹੀਂ ਹੁੰਦਾ, ਕਦੇ ਕਿਸੇ ਦੀ ਕਿਸਮਤ ਨਹੀਂ ਜਾਗਦੀ, ਕਿਸੇ ਦੇ ਭਾਗ ਨਹੀਂ ਜੇ ਖੁੱਲ੍ਹਦੇ। ਇਹ ਸਭ ਮੂਰਖਤਾ ਨਾਲ ਭਰੀਆਂ ਹੋਈਆਂ ਗੱਲਾਂ ਨੇ ਤੇ ਲੋਕਾਂ ਨੂੰ ਪੁੱਠੇ ਪਾਸੇ ਪਾਉਣ ਵਾਲੀਆਂ ਗੱਲਾਂ ਨੇ। ਇਹਦੇ ਨਾਲ ਕੁਝ ਨਹੀਂ ਤੁਹਾਨੂੰ ਮਿਲਣ ਲੱਗਾ ਸਿਵਾਏ ਤੁਹਾਡੇ ਘਰ ਬਰਬਾਦ ਹੋਣ ਤੋਂ। ਇਸ ਲਈ ਗੁਰੂ ਅਰਜਨ ਸਾਹਿਬ ਦਾ ਇਹ ਹੁਕਮ ਆਪਣੇ ਪੱਲੇ ਬੰਨ੍ਹ ਲਓ ਕਿ ਸੁਖ ਮਣੀ ਕੇਵਲ ਪ੍ਰਮਾਤਮਾ ਦਾ ਨਾਮ ਹੈ। ਵਾਹਿਗੁਰੂ ਦੇ ਨਾਮ ਨਾਲ ਜੁੜੇ ਹੋਏ ਇਨਸਾਨ ਦੇ ਅੰਦਰ ਆਤਮਿਕ ਸੁੱਖ ਪੈਦਾ ਹੋ ਜਾਂਦੇ ਨੇ ਤੇ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ਼, ਨਿੰਦਾ, ਚੁਗਲੀ ਆਦਿਕ ਦੇ ਹੱਥੋਂ ਆਤਮਿਕ ਮੌਤ ਨਹੀਂ ਮਰਦਾ ਤੇ ਜਿਹੜੀ ਅਧਿਆਤਮਿਕ ਪੂੰਜੀ ਹੈ ਨਾ ਉਹਨੂੰ ਉਹ ਬਰਬਾਦ ਨਹੀਂ ਕਰਦਾ ਹੈ। ਜਿਵੇਂ ਸਤਿਗੁਰੂ ਨੇ ਆਖਿਆ ਨਾ ਵੀ ਜਿਸ ਜਲ ਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ, ਉਹ ਤਾਂ ਅੰਮ੍ਰਿਤ ਹੀ ਗੁਰੂ ਦੇ ਕੋਲ ਹੈ ਜਿਸ ਲਈ ਆਪਾਂ ਦੁਨੀਆ 'ਚ ਆਏ ਆ। ਛੋਡੋ ਵੇਸ ਭੇਖ ਚਤੁਰਾਈ, ਵੇਸ ਆ ਜੋ ਧਾਰਨ ਕਰਦੇ ਹੋ ਧਾਰਮਿਕ ਪਹਿਰਾਵਾ, ਆ ਮੁੰਦਰੀਆਂ ਮੰਦਰੀਆਂ ਧਾਰਮਿਕ ਪਹਿਰਾਵਾ ਹੀ ਹੈ। ਛੋਡੋ ਵੇਸ ਭੇਖ, ਭੇਖ ਨਹੀਂ ਧਾਰਨ ਕਰਨਾ, ਚਤੁਰਾਈ ਨਹੀਂ ਕਰਨੀ। ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ, ਕਿਉਂਕਿ ਉਹ ਮਿਲਦਾ ਕਿੱਥੇ ਹੈ? ਭਗਤ ਜਨਾ ਕੈ ਮਨ ਵਿਸ਼ਰਾਮ, ਤੇ ਉਹਦਾ ਟਿਕਾਣਾ ਕੇਵਲ ਭਗਤ ਜਨਾਂ ਦੇ ਹਿਰਦੇ ਵਿੱਚ ਹੁੰਦਾ ਹੈ। ਮਤਲਬ ਇਹ ਹੈ ਕਿ ਪ੍ਰਮਾਤਮਾ ਦੇ ਨਾਮ ਦਾ, ਸੁਖਮਣੀ ਰੂਪ ਨਾਮ ਦਾ, ਅੰਮ੍ਰਿਤ ਰੂਪ ਨਾਮ ਦਾ ਟਿਕਾਣਾ ਉਸ ਇਨਸਾਨ ਦੇ ਹਿਰਦੇ ਘਰ ਵਿੱਚ ਹੋ ਜਾਂਦਾ ਹੈ, ਜਿਹੜਾ ਇਨਸਾਨ ਨਿਮਾਣਾ ਹੋ ਜਾਂਦਾ ਹੈ। ਭਗਤ ਕਿਹਨੂੰ ਕਹਿੰਦੇ ਨੇ? ਜਿਹੜਾ ਕਦੇ ਕਿਸੇ ਨਾਲ ਧੱਕਾ ਨਾ ਕਰੇ, ਜਿਹੜਾ ਸਭ ਕੁਝ ਹੁੰਦਿਆਂ ਹੋਇਆਂ ਵੀ ਨਿਭ ਕੇ ਚੱਲੇ, ਜਿਹੜਾ ਆਪਣੇ ਆਪ ਨੂੰ ਹਮੇਸ਼ਾ ਪਰਮਾਤਮਾ ਦੇ ਦਰ ਘਰ ਦਾ ਕੂਕਰ ਸਮਝੇ, ਦੁਨੀਆ ਦੀ ਸਿਆਣਪ ਰੱਖਣ ਵਾਲਾ ਹੋਵੇ, ਦੁਨੀਆ ਦੇ ਦੁੱਖ ਸੁੱਖ ਤੋਂ ਜਾਣੂ ਹੋਵੇ, ਸੱਚ ਤੇ ਝੂਠ ਤੋਂ ਜਾਣੂ ਹੋਵੇ, ਲੇਕਿਨ ਕੇਵਲ ਤੇ ਕੇਵਲ ਇੱਕ ਨਿਰੰਕਾਰ ਦੇ ਪਾਵਨ ਚਰਨਾਂ 'ਚ ਸੁਰਤ ਜੋੜ ਕੇ ਰੱਖਦਾ ਹੋਵੇ, ਨਿਮਾਣਾ ਹੋ ਕੇ ਚੱਲੇ। ਐਸੇ ਇਨਸਾਨਾਂ ਦੇ ਹਿਰਦੇ ਘਰ ਦੇ ਵਿੱਚ ਹੀ ਇਹ ਅੰਮ੍ਰਿਤ ਰੂਪ ਨਾਮ ਦਾ ਟਿਕਾਣਾ ਹੁੰਦਾ ਹੈ। ਤੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਨਾ, ਉਹਨਾਂ ਉੱਤੇ ਵੀ ਮੇਰਾ ਮਾਲਕ ਇੰਨੀ ਕੁ ਕਿਰਪਾ ਕਰ ਦਿੰਦਾ ਹੈ ਕਿ ਉਹਨਾਂ ਨੂੰ ਵੀ ਆਪਣੇ ਵਰਗੇ ਹੀ ਬਣਾ ਲੈਂਦਾ ਹੈ। ਇਹ ਰਹਾਓ ਹੈ, ਸੁਖਮਨੀ ਸਾਹਿਬ ਦਾ ਮੇਨ ਭਾਵ ਹੈ। ਕਿੰਨੇ ਕਿੰਨੇ ਪਾਠ ਅਸੀਂ ਰੋਜ਼ਾਨਾ ਸੁਖਮਨੀ ਸਾਹਿਬ ਕਰਦੇ ਹਾਂ। ਇਸ ਗੱਲ ਨੂੰ ਸਮਝ ਲਓਗੇ ਨਾ ਤੇ ਦੁਨੀਆ ਦਾ ਤੱਤ ਸਾਰ ਤੁਹਾਡੀ ਸਮਝ ਵਿੱਚ ਆ ਜਾਏਗਾ ਵੀ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਅੱਗੇ ਸਤਿਗੁਰੂ ਕਹਿੰਦੇ ਨੇ, ਪ੍ਰਭ ਕੈ ਸਿਮਰਨ ਗਰਭ ਨਾ ਬਸੈ। ਜਿਹੜਾ ਇਨਸਾਨ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਨਾ, ਜਨਮ ਮਰਨ ਦੇ ਗੇੜ ਤੋਂ ਉਹਦਾ ਛੁਟਕਾਰਾ ਹੋ ਜਾਂਦਾ ਹੈ। ਮਤਲਬ ਕਿ ਜੀਵਨ ਦੀ ਜਿਹੜੀ ਭਟਕਣ ਹੈ ਨਾ, ਉਸ ਇਨਸਾਨ ਦੀ ਨਹੀਂ ਰਹਿੰਦੀ ਹੈ। ਉਹਦੇ ਉੱਤੇ ਮਾਲਕ ਇੰਨੀ ਕੁ ਕਿਰਪਾ ਕਰ ਦਿੰਦਾ ਹੈ ਕਿ ਉਹਨੂੰ ਆਪਣੇ ਪਾਵਨ ਚਰਨਾਂ ਦੇ ਨਾਲ ਹੀ ਜੋੜ ਲੈਂਦਾ ਹੈ। ਅੱਜ ਧਾਰਮਿਕ ਲੈਵਲ ਦੇ ਉੱਤੇ ਇਹ ਵੀ ਇੱਕ ਚੀਜ਼ ਬੜੀ ਮਸ਼ਹੂਰ ਕੀਤੀ ਜਾ ਰਹੀ ਹੈ, ਕਿਉਂਕਿ ਧਾਰਮਿਕ ਪਹਿਰਾਵਾ ਧਾਰਨ ਕਰਕੇ ਅੱਜ ਬਹੁਤ ਸਾਰੇ ਠੱਗ ਪੈਦਾ ਹੋ ਚੁੱਕੇ ਨੇ, ਜਿਨ੍ਹਾਂ ਦਾ ਮਕਸਦ ਲੋਕਾਂ ਨੂੰ ਮੂਰਖ ਬਣਾ ਕੇ ਤੇ ਆਪਣੇ ਡੇਰਿਆਂ ਨੂੰ ਚਮਕਾਉਣਾ ਹੈ। ਆਪ ਮਹਿੰਗੀਆਂ ਗੱਡੀਆਂ ਦੇ ਵਿੱਚ ਸਫ਼ਰ ਕਰਨਾ ਹੈ, ਆਪ ਵਧੀਆ ਵਧੀਆ ਕੱਪੜੇ ਪਾਉਣੇ ਨੇ, ਹੋਰ ਇਹ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਹੈ। ਆਹ ਜਿਹੜੀ ਜ਼ਿੰਦਗੀ ਹੈ ਨਾ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਸ ਜ਼ਿੰਦਗੀ ਨੂੰ ਪਰਮਾਤਮਾ ਦਾ ਸਿਮਰਨ ਜਿਹੜਾ ਨਾ ਉਹ ਸਫਲ ਕਰ ਦਿੰਦਾ ਹੈ। ਜਿਹੜਾ ਗਰਭ ਹੈ ਨਾ, ਮਾਂ ਦਾ ਗਰਭ ਜਿਹਦੇ ਵਿੱਚੋਂ ਆਪਾਂ ਪੈਦਾ ਹੋਏ ਆ, ਉਸ ਗਰਭ ਨੂੰ ਸਫਲ ਕਰ ਦਿੰਦਾ ਹੈ, ਸਾਡੇ ਆਉਣੇ ਨੂੰ ਸਫਲ ਕਰ ਦਿੰਦਾ ਹੈ। ਤੇ ਭਲਿਓ ਅਸੀਂ ਇਸ ਸੰਸਾਰ ਵਿੱਚ ਆ ਕੇ ਆਪਣੇ ਮਾਂ-ਬਾਪ ਨੂੰ ਕਲੰਕ ਨਹੀਂ ਲਵਾਉਂਦੇ ਆ, ਸਮਾਜ ਲਈ ਮਾੜਾ ਨਹੀਂ ਕਰਦੇ ਆ, ਸਮਾਜ ਲਈ ਕੁਝ ਚੰਗਾ ਕਰਕੇ ਜਾਂਦੇ ਆ।
ਇਹ ਜਿਹੜੀ ਜੀਵਨ ਦੀ ਭਟਕਣ ਹੈ ਉਹ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੀ ਦੂਰ ਕਰਦਾ ਹੈ, ਹੋਰ ਕਦੇ ਕੁਛ ਨਹੀਂ ਜੇ ਮਿਲਦਾ। ਤੇ ਸਤਿਗੁਰੂ ਨੇ ਉਹਨਾਂ ਲੋਕਾਂ ਨੂੰ ਸਮਝਾਇਆ ਜਿਹੜੇ ਲੋਕ 84 ਲੱਖ ਜੂਨ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਸੀ ਕਿ ਭਾਈ ਛੁਟਕਾਰਾ ਹੋ ਜਾਂਦਾ ਜੇ ਇਨਸਾਨ ਪਰਮਾਤਮਾ ਦੇ ਸਿਮਰਨ ਦੇ ਵੱਲ ਤਵੱਜੋ ਰੱਖ ਲਵੇ। ਪ੍ਰਭ ਕੈ ਸਿਮਰਨ ਦੁੱਖ ਜਮ ਨਸੈ। ਤੇ ਸਤਿਗੁਰੂ ਜੀ ਕਹਿੰਦੇ ਨੇ ਦੁੱਖ ਤੇ ਜਮ ਦਾ ਡਰ ਦੂਰ ਹੋ ਜਾਂਦਾ ਹੈ। ਕਿਹੜਾ ਜਮ? ਕਿਹੜੇ ਜਮਦੂਤ? ਅਸੀਂ ਤਾਂ ਕਿਸੇ ਬ੍ਰਾਹਮਣ ਦੇ ਬਣਾਏ ਹੋਏ ਜਮਦੂਤ ਨੂੰ ਨਹੀਂ ਮੰਨਦੇ। ਇੱਥੇ ਸਤਿਗੁਰੂ ਨੇ ਕਿਹਾ ਇਨਸਾਨ ਉਹ ਦੁਖੀ ਮਹਿਸੂਸ ਨਹੀਂ ਜੇ ਕਰਦਾ। ਅਸੀਂ ਜਪਜੀ ਸਾਹਿਬ ਚ ਪੜ੍ਹਿਆ ਨਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼। ਦੁੱਖ ਪਾਪ ਨਾਸ਼ ਹੋ ਜਾਂਦੇ ਨੇ ਕਿਹਨਾਂ ਦੇ? ਭਗਤਾਂ ਦੇ। ਤੇ ਇੱਥੇ ਸਤਿਗੁਰੂ ਭਗਤ ਦੀ ਗੱਲ ਕਰਦੇ ਨੇ, ਭਗਤ ਜਨਾ ਕੇ ਮਨ ਵਿਸ਼ਰਾਮ। ਤੇ ਉਹ ਜਿਹੜੇ ਰੱਬ ਦੇ ਪਿਆਰੇ ਨੇ ਜਦੋਂ ਉਹਦੇ ਸਿਮਰਨ ਦੇ ਵੱਲ ਜੁੜਦੇ ਨੇ ਤੇ ਮੇਰੇ ਮਾਲਕ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਉਹਨਾਂ ਦੇ ਦੁੱਖ ਨਾਸ਼ ਹੋ ਜਾਂਦੇ ਨੇ ਉੱਥੇ ਜਮਦੂਤ ਵੀ ਨੱਸ ਜਾਂਦੇ ਨੇ। ਜਮਾਂ ਦਾ ਡਰ ਵੀ ਦੂਰ ਹੋ ਜਾਂਦਾ ਹੈ। ਉਹ ਜਮਾਂ ਦੀ ਪਰਵਾਹ ਨਹੀਂ ਕਰਦੇ। ਜਿਨ੍ਹਾਂ ਜਮਾਂ ਦੀ ਪਰਵਾਹ ਕਰਕੇ ਲੋਕਾਂ ਨੂੰ ਮੂਰਖ ਬਣਾਇਆ ਜਾਂਦਾ ਹੈ ਕਿ ਜਮਦੂਤ ਆਉਣਗੇ, ਤੁਹਾਡੇ ਲੱਤਾਂ ਤੋਂ ਪਕੜਨਗੇ, ਤੁਹਾਨੂੰ ਘਸੀਟ ਕੇ ਲੈ ਕੇ ਜਾਣਗੇ, ਉਹ ਨਹੀਂ ਜੇ ਡਰਦੇ। ਸਤਿਗੁਰੂ ਨੇ ਤਾਂ ਜਮਦੂਤ ਵਕਾਰਾਂ ਨੂੰ ਕਿਹਾ, ਬੁਰਾਈਆਂ ਨੂੰ ਕਿਹਾ, ਭੂਤ ਨੇ ਵਕਾਰਾਂ ਨੂੰ ਤੇ ਬੁਰਾਈਆਂ ਨੂੰ ਕਿਹਾ ਜੇ ਬੁਰਾਈਆਂ ਤੋਂ ਖਹਿੜਾ ਛਡਾਉਣਾ ਹੈ, ਵਕਾਰਾਂ ਤੋਂ ਖਹਿੜਾ ਛਡਾਉਣਾ ਹੈ, ਮਾੜੇ ਕੰਮਾਂ ਤੋਂ ਖਹਿੜਾ ਛਡਾਉਣਾ ਹੈ ਤੇ ਉਹਦੇ ਲਈ ਹੈ ਆਪਣਾ ਝੁਕਾਅ ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਵੱਲ ਕਰਨਾ ਸ਼ੁਰੂ ਕਰ ਦੇ, ਤਾਂ ਤੇਰੇ ਜੀਵਨ ਦੇ ਵਿੱਚ ਲਾਗ ਲੱਗਣੀ ਸ਼ੁਰੂ ਹੋ ਜਾਏਗੀ। ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਫਿਰ ਮੌਤ ਦਾ ਡਰ ਜਿਹੜਾ ਹੈ ਉਹ ਨਹੀਂ ਜੇ ਰਹਿੰਦਾ, ਉਹ ਵੀ ਦੂਰ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਫਿਰ ਨਾਲ ਦੀ ਨਾਲ ਸਤਿਗੁਰੂ ਜੀ ਕਹਿੰਦੇ ਜਿਹੜਾ ਦੁਸ਼ਮਣ ਹੈ ਉਹ ਵੀ ਟਲ ਜਾਂਦਾ। ਕਿਹੜਾ ਦੁਸ਼ਮਣ? ਵਕਾਰ ਰੂਪ। ਸਿੱਖ ਦਾ ਕੋਈ ਦੁਸ਼ਮਣ ਨਹੀਂ ਹੈ ਇਸ ਕਾਇਨਾਤ ਵਿੱਚ। ਸਾਡੇ ਦੁਸ਼ਮਣ ਨੇ ਵਕਾਰ, ਸਾਡੇ ਦੁਸ਼ਮਣ ਨੇ ਬੁਰਾਈਆਂ ਜਿਨ੍ਹਾਂ ਤੋਂ ਅਸੀਂ ਖਹਿੜਾ ਛਡਾਉਣਾ ਹੈ। ਸਿਰ ਮੈਂ ਇੱਕ ਗੱਲ ਸਿੱਖ ਇਤਿਹਾਸ ਦੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਪੀਰ ਬਾਬਾ ਬੁੱਧੂ ਸ਼ਾਹ ਜੀ ਦੇ ਸਾਲਾ ਸਾਹਿਬ ਦਿੱਲੀ ਤੋਂ ਇਹ ਫਰਮਾਨ ਲੈ ਕੇ ਤੁਰੇ ਨੇ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿਰ ਕਲਮ ਕਰ ਦੇਣਾ। ਪੀਰ ਬਾਬਾ ਬੁੱਧੂ ਸ਼ਾਹ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਨਾ ਤਾਂ ਆਪਣੇ ਉਸ ਰਿਸ਼ਤੇਦਾਰ ਨੂੰ ਸਮਝਾਉਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕੋਈ ਦੁਸ਼ਮਣ ਨਹੀਂ ਹੈ ਤੇ ਨਾ ਉਹ ਦੁਸ਼ਮਣ ਕਿਸੇ ਨੂੰ ਸਮਝਦੇ ਨੇ। ਉਹ ਸਮਾਜ ਲਈ ਕੁਝ ਚੰਗਾ ਕਰਨ ਵਾਲੇ ਨੇ। ਜੰਗ ਹੁੰਦੀ ਹੈ ਅਨੰਦਪੁਰ ਸਾਹਿਬ ਦੇ ਵਿੱਚ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚਿਹਰਾ ਪੜ੍ਹ ਲੈਂਦਾ ਹੈ। ਕੀ ਦੇਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨੇ ਜੰਗ ਦੇ ਵਿੱਚ ਵੀ ਕਿਸੇ ਨਾਲ ਵੈਰ ਵਿਰੋਧ ਨਹੀਂ ਕਰ ਰਹੇ, ਲੜ ਨਹੀਂ ਰਹੇ। ਉਹ ਤਾਂ ਤਲਵਾਰ ਇਦਾਂ ਚਲਾ ਰਹੇ ਨੇ ਜਿਵੇਂ ਕਿਸੇ ਨੂੰ ਸਮਝਾ ਰਹੇ ਹੋਣ ਤੇ ਉਹ ਮੈਦਾਨ ਛੱਡ ਕੇ ਚਲਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਐਸੀਆਂ ਬੜੀਆਂ ਘਟਨਾਵਾਂ ਘਟਦੀਆਂ ਨੇ ਕਿ ਆਉਂਦਾ ਹੈ ਜੰਗ ਲੜਨ ਲਈ ਕੋਈ ਇੱਕ ਜਰਨੈਲ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਨੂਰਾਨੀ ਚਿਹਰਾ ਵੇਖਦਾ ਹੈ ਤੇ ਉਹ ਕੀ ਵੇਖਦਾ? ਇਹਨਾਂ ਦੀ ਨਿਗਾਹ 'ਚ ਤਾਂ ਕੋਈ ਦੁਸ਼ਮਣ ਹੈ ਹੀ ਨਹੀਂ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਸੇਵਕ ਹੀ ਬਣ ਜਾਂਦਾ ਹੈ। ਉਹ ਪਿਆਰਿਓ, ਸਿੱਖ ਦਾ ਜਿਹੜਾ ਦੁਸ਼ਮਣ ਹੈ ਨਾ, ਸਭ ਤੋਂ ਵੱਡਾ ਦੁਸ਼ਮਣ ਉਹ ਤਾਂ ਵਕਾਰ ਹੈ, ਬੁਰਾਈਆਂ ਨੇ। ਸਿੱਖ ਕਦੇ ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਸਮਝਦਾ ਹੈ। ਤੇ ਇਹ ਵੀ ਚੇਤੇ ਰੱਖਿਓ, ਸਾਡਾ ਸਾਰਿਆਂ ਦਾ ਇੱਕ ਦੁਸ਼ਮਣ ਹੈ, ਉਹਨੂੰ ਕਹਿੰਦੇ ਡਰ। ਆਪਣੇ ਅੰਦਰੋਂ ਇਸ ਚੀਜ਼ ਨੂੰ ਦੂਰ ਕਰ ਦਿਓ। ਤੇ ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੌਤ ਦਾ ਡਰ ਜਾਂ ਜਿਹੜਾ ਦੁਸ਼ਮਣ ਦਾ ਡਰ ਹੈ, ਵਕਾਰਾਂ ਰੂਪ ਦੁਸ਼ਮਣ ਦਾ ਡਰ ਖਤਮ ਹੋ ਜਾਂਦਾ ਹੈ। ਵਕਾਰ ਨੇੜੇ ਨਹੀਂ ਆਉਂਦੇ, ਕੋਈ ਦੁਸ਼ਮਣ ਨਹੀਂ ਰਹਿੰਦਾ ਹੈ ਸਿੱਖ ਦਾ। ਤੇ ਜਿਹਦੇ ਉੱਤੇ ਸਤਿਗੁਰੂ ਕਿਰਪਾ ਕਰਦੇ ਉਹਦਾ ਤਾਂ ਜੀਵਨ ਵੈਸੇ ਹੀ ਪਾਕ ਪਵਿੱਤਰ ਹੋ ਜਾਂਦਾ। ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚਾਓ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਕਿਹੜੀ ਤਾਤੀ ਵਾਹ ਜੀ ਭਲਾ? ਤੱਤੀਆਂ ਹਵਾਵਾਂ ਨਹੀਂ ਜੇ ਲੱਗਦੀਆਂ ਪਾਰ ਬ੍ਰਹਮ ਸ਼ਰਨਾਈ। ਕਿਹੜੀਆਂ ਤੱਤੀਆਂ ਹਵਾਵਾਂ? ਵਕਾਰਾਂ ਦੀਆਂ, ਬੁਰਾਈਆਂ ਦੀਆਂ। ਮਾਲਕ ਜੀਵਨ ਦੇ ਵਿੱਚ ਅੱਗ ਲੱਗਣ ਨਹੀਂ ਦਿੰਦਾ ਹੈ, ਉਹਨਾਂ ਨੂੰ ਬਚਾ ਲੈਂਦਾ ਹੈ। ਸਤਿਗੁਰੂ ਜੀ ਕੀ ਕਹਿੰਦੇ ਨੇ? ਮੌਤ ਤਾਂ ਬਹੁਤ ਦੂਰ ਹੋ ਜਾਂਦੀ ਉਹਨਾਂ ਤੋਂ, ਕਿਉਂਕਿ ਮੌਤ ਤੋਂ ਨਹੀਂ ਜੋ ਡਰਦੇ। ਦੇਖੋ ਆਪਣਾ ਇਤਿਹਾਸ ਪੜ੍ਹ ਕੇ ਡਰੇ ਨੇ ਸੂਰਮੇ? ਨਹੀਂ। ਬੰਦ ਕਟਾਉਣ ਵਾਲੇ, ਚਰਖੜੀਆਂ ਤੇ ਚੜ੍ਹਨ ਵਾਲੇ ਕਿੱਥੇ ਡਰੇ ਨੇ? ਆਪਣਾ ਜੀਵਨ ਸਫਲ ਕਰਕੇ ਚਲੇ ਗਏ, ਲੇਕਿਨ ਮੌਤ ਤੋਂ ਨਹੀਂ ਉਹ ਡਰਦੇ। ਉਹ ਤਾਂ ਮੌਤਾਂ ਨੂੰ ਮਖੌਲਾਂ ਕਰਦੇ ਰਹੇ ਨੇ। ਤੇ ਸੁਖਮਨੀ ਸਾਹਿਬ ਪੜ੍ਹਨ ਵਾਲਿਓ, ਇਸ ਚੀਜ਼ ਨੂੰ ਅੱਜ ਪੱਲੇ ਬੰਨ ਲਿਓ ਕਿ ਸਿੱਖ ਮੌਤ ਤੋਂ ਨਹੀਂ ਡਰਦਾ, ਕਿਉਂਕਿ ਸਿੱਖ ਦਾ ਕੋਈ ਦੁਸ਼ਮਣ ਨਹੀਂ ਹੈ। ਸਿੱਖ ਵਕਾਰਾਂ ਨੂੰ ਦੁਸ਼ਮਣ ਸਮਝਦਾ ਹੈ, ਬੁਰਾਈਆਂ ਨੂੰ ਦੁਸ਼ਮਣ ਸਮਝਦਾ ਹੈ। ਇੱਕ ਚੀਜ਼ ਹੋਰ ਨੋਟ ਕਰ ਲਿਓ ਜੀ ਪਿਆਰਿਓ, ਸਿੱਖ ਨੇ ਜਦੋਂ ਤਲਵਾਰ ਪਕੜੀ ਨਾ, ਜ਼ੁਲਮ ਅਤੇ ਜ਼ਾਲਮ ਦੇ ਖਿਲਾਫ ਪਕੜੀ। ਸਿੱਖ ਨੇ ਜਦੋਂ ਵੀ ਹਥਿਆਰ ਫੜਿਆ,
ਜ਼ੁਲਮ ਅਤੇ ਜ਼ਾਲਮ ਦੇ ਖਿਲਾਫ ਫੜਿਆ, ਨਹੀਂ ਤੇ ਸਿੱਖ ਨੂੰ ਕੋਈ ਜ਼ਰੂਰਤ ਨਹੀਂ ਸੀ। ਸਾਨੂੰ ਕਲਗੀਆਂ ਵਾਲੇ ਨੇ ਜਦੋਂ 5 ਕਕਾਰੀ ਵਰਦੀ ਦਿੱਤੀ ਨਾ ਤੇ ਕਿਹਾ ਵੀ ਕਿਰਪਾਨ ਧਾਰਨ ਕਰਕੇ ਰੱਖੋ, ਤੇ ਸਤਿਗੁਰੂ ਨੇ ਇਸੇ ਲਈ ਕਿਹਾ ਸੀ ਵੀ ਜਦੋਂ ਵੀ ਤੁਹਾਨੂੰ ਜ਼ਰੂਰਤ ਪਵੇ, ਤੁਹਾਡੀ ਆਣ ਬਾਣ ਸ਼ਾਨ ਉੱਤੇ ਬਣਾਵੇ, ਚਾਹੇ ਉਹ ਬੀਬੀਆਂ ਵੀ ਸੀ। ਸਤਿਗੁਰੂ ਨੇ ਸਭਨਾਂ ਨੂੰ ਕਿਹਾ ਤੁਹਾਡੀ ਇੱਜ਼ਤ ਉੱਤੇ ਆਬਰੂ ਉੱਤੇ ਕੋਈ ਅੱਖ ਚੱਕੇ, ਅੱਖ ਚੱਕਣ ਤੋਂ ਪਹਿਲਾਂ ਹੀ ਅਗਲੇ ਨੂੰ ਸੋਧਾ ਲਾ ਦਿਓ। ਜਿਹੜਾ ਤੁਹਾਡੀ ਇੱਜ਼ਤ ਉੱਤੇ ਹੱਥ ਪਾਵੇ ਉਹਦਾ ਹੱਥ ਵੱਢ ਦੇਣਾ ਕੋਈ ਗੁਨਾਹ ਨਹੀਂ ਹੁੰਦਾ। ਔਰ ਇਹ ਮੇਰੇ ਸਤਿਗੁਰੂ ਨੇ ਹੀ ਸਾਨੂੰ ਸਿੱਖਿਆ ਦਿੱਤੀ। ਅੱਗੇ ਸਤਿਗੁਰੂ ਕਹਿੰਦੇ ਨੇ ਪ੍ਰਭ ਸਿਮਰਤ ਕਛ ਵਿਗਣ ਨਾ ਲੱਗੈ। ਜਦੋਂ ਇਨਸਾਨ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਨਾ, ਤੇ ਉਹਦੇ ਸਿਮਰਨ ਕਰਨ ਦੇ ਨਾਲ ਉਹਦੀ ਜ਼ਿੰਦਗੀ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਹੀਂ ਰਹਿੰਦੀ ਹੈ। ਜ਼ਿੰਦਗੀ ਦਾ ਜਿਹੜਾ ਰਸਤਾ ਹੈ ਨਾ ਬੜਾ ਪਾਕ ਪਵਿੱਤਰ ਸਫ ਹੋ ਜਾਂਦਾ ਹੈ, ਸਿੱਧਾ ਹੋ ਜਾਂਦਾ ਹੈ। ਉਹ ਇਨਸਾਨ ਆਪਣੀ ਜ਼ਿੰਦਗੀ 'ਚ ਠੇਡੇ ਨਹੀਂ ਜੇ ਖਾਂਦਾ। ਜਿਵੇਂ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ ਕਿ ਚਾਲੇ ਥੇ ਹਰ ਮਿਲਣ ਕੋ ਵਿੱਚ ਅਟਕਿਓ ਚੀਤ, ਆ ਬੜੇ ਅਟਕੇ ਨੇ ਰਸਤੇ ਦੇ ਵਿੱਚ। ਤੁਰੇ ਸੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਬਾਬੇ ਬਣ ਗਏ, ਤੁਰੇ ਸੀ ਗੁਰੂ ਨਾਨਕ ਦੀ ਗੱਲ ਕਰਨ ਵਾਸਤੇ ਖੁਦ ਹੀ ਗੁਰੂ ਨਾਨਕ ਬਣ ਕੇ ਬਹਿ ਗਏ, ਤੁਰੇ ਸੀ ਚੰਗੇ ਕੰਮ ਕਰਨ ਵਾਸਤੇ, ਲੇਕਿਨ ਜ਼ਿੰਦਗੀ ਨੇ ਰਸਤੇ ਦੇ ਵਿੱਚ ਇੰਨੀ ਸ਼ਾਨੋ ਸ਼ੌਕਤ ਦਿੱਤੀ ਕਿ ਰਸਤੇ ਵਿੱਚ ਹੀ ਅਟਕ ਗਏ। ਲੇਕਿਨ ਐਸੇ ਗੁਰਮੁਖ ਪਿਆਰੇ ਜਿਹੜੇ ਸੁਖਮਨੀ ਸਾਹਿਬ ਦੇ ਲੜ ਲੱਗੇ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਨਹੀਂ ਆਉਂਦੀ ਹੈ। ਉਹਨਾਂ ਦੀ ਜ਼ਿੰਦਗੀ ਬੜੀ ਸਮੂਥ ਹੋ ਜਾਂਦੀ ਹੈ। ਉਹ ਪ੍ਰਮਾਤਮਾ ਦੀ ਗੱਲ ਕਰਦਿਆਂ ਕਰਦਿਆਂ ਪ੍ਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ। ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਔਰ ਰਾਤ ਦਿਨ ਸੁਚੇਤ ਰਹਿੰਦਾ ਇਨਸਾਨ। ਕਿਹੜਾ? ਜਿਹੜਾ ਸੁਖਮਨੀ ਸਾਹਿਬ ਪੜ੍ਹਨ ਵਾਲਾ ਹੈ ਤੇ ਜਿਹਦੇ ਅੰਦਰ ਰੱਬ ਦੇ ਪ੍ਰਤੀ ਪਿਆਰ ਭਾਵਨਾ ਪੈਦਾ ਹੋ ਗਿਆ। ਜਿਹੜਾ ਸਿਮਰਨ ਨਾਲ ਜੁੜ ਗਿਆ ਨਾ, ਉਹ ਅੰਦਰੋਂ ਬਾਹਰੋਂ ਸੁਚੇਤ ਹੋ ਜਾਂਦਾ। ਉਹ ਠੱਗਿਆ ਨਹੀਂ ਜਾਂਦਾ, ਉਹ ਕਦੇ ਮਾਰ ਨਹੀਂ ਜੇ ਖਾਂਦਾ, ਉਹ ਕਦੇ ਧੋਖਾ ਨਹੀਂ ਜੇ ਖਾਂਦਾ, ਉਹ ਕਦੇ ਵਿਕਾਰਾਂ ਦੇ ਹੱਥੋਂ ਬੇਇੱਜ਼ਤ ਨਹੀਂ ਜੇ ਹੁੰਦਾ। ਕਲਗੀਆਂ ਵਾਲਾ ਉਹਨੂੰ ਹਰ ਇੱਕ ਜਗ੍ਹਾ ਉੱਤੇ ਹੱਥ ਦੇ ਕੇ ਰੱਖਦਾ ਹੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ। ਤੇ ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰਮਾਤਮਾ ਦਾ ਸਿਮਰਨ ਕਰਨ ਨਾਲ ਉਸ ਇਨਸਾਨ ਦੀ ਅਵਸਥਾ ਇੰਨੀ ਕੁ ਉੱਚੀ ਹੋ ਜਾਂਦੀ ਹੈ ਕਿ ਉਹਦੇ ਉੱਤੇ ਕਿਸੇ ਪ੍ਰਕਾਰ ਦਾ ਡਰ ਜਾਂ ਦਬਾਅ ਨਹੀਂ ਪਾਇਆ ਜਾ ਸਕਦਾ। ਉਹ ਕਦੇ ਵੀ ਇਨਸਾਨ ਆਪਣੀ ਜ਼ਮੀਰ ਦਾ ਸੌਦਾ ਨਹੀਂ ਜੇ ਕਰਦਾ। ਯਾਦ ਰੱਖਿਓ, ਜਿਹੜਾ ਇਨਸਾਨ ਪਰਮਾਤਮਾ ਦੇ ਪਵਿੱਤਰ ਚਰਨਾਂ ਨਾਲ ਜੁੜ ਜਾਂਦਾ ਹੈ, ਸਿਮਰਨ ਸਿਖਾਉਂਦਾ ਕੀ? ਆਹੀ ਤਾਂ ਸਿਖਾਉਂਦਾ। ਕੀ ਸਿਖਾਉਂਦਾ ਸਿਮਰਨ? ਹੱਥ 'ਚ ਮਾਲਾ ਪਕੜ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਆਪਣੇ ਡੇਰੇ ਆਲੀਸ਼ਾਨ ਬਣਾ ਲੈਣੇ, ਇਹ ਸਿਮਰਨ ਨਹੀਂ ਹੈ। ਹੱਥ ਵਿੱਚ ਮਾਲਾ ਪਕੜ ਕੇ ਆਪਣੇ ਆਪ ਨੂੰ ਮਹਾਂਪੁਰਸ਼ ਅਖਵਾ ਕੇ ਤੇ ਦੁਨੀਆ ਦੇ ਜਿਹੜੇ ਧਨ ਦੌਲਤ ਪਦਾਰਥ ਆਪਣੇ ਘਰਾਂ ਵਿੱਚ ਜਮ੍ਹਾਂ ਕਰਕੇ ਆਪਣੀਆਂ ਕੁੱਲਾਂ ਸੈੱਟ ਕਰਾ ਲੈਣੀਆਂ, ਸਿਮਰਨ ਨਹੀਂ ਹੈ। ਸਿਮਰਨ ਕੀਤਾ ਗੁਰੂ ਨਾਨਕ ਸਾਹਿਬ ਨੇ 18 ਸਾਲ ਲਗਾਤਾਰ ਵਾਹੀ ਕੀਤੀ ਹੈ। ਸਿਮਰਨ ਅਸਲ 'ਚ ਕੀਤਾ ਭਗਤ ਪੂਰਨ ਸਿੰਘ ਹੋਣਾ ਨੇ, ਸਿਮਰਨ ਕੀਤਾ ਭਾਈ ਤਾਰੂ ਸਿੰਘ ਹੋਣਾ ਨੇ, ਸਿਮਰਨ ਕੀਤਾ ਭਾਈ ਮਣੀ ਸਿੰਘ ਹੋਣਾ ਨੇ। ਇਹ ਸਿਮਰਨ ਸੀ। ਕੀ ਸਿਮਰਨ ਹੈ? ਆਪ ਪਖੰਡੀ ਅੱਜ ਜਿਹੜੇ ਚੋਲੇ ਵੱਡੇ ਵੱਡੇ ਪਾ ਕੇ ਲੱਤਾਂ ਨੰਗੀਆਂ ਕੱਢ ਕੇ ਆਪਣੇ ਆਪ ਨੂੰ ਇਹ ਖਵਾਉਂਦੇ ਨੇ ਕਿ ਅਸੀਂ ਰੱਬ ਦਾ ਬੜਾ ਸਿਮਰਨ ਕਰਦੇ ਹਾਂ, ਰੱਬ ਨੂੰ ਬੜਾ ਯਾਦ ਕਰਦੇ ਹਾਂ, ਇਹ ਸਭ ਪਖੰਡ ਹੈ। ਇਹ ਰੱਬ ਦੇ ਨਾਮ ਉੱਤੇ ਠੇਕੇਦਾਰ ਪੈਦਾ ਹੋਏ ਨੇ, ਯਾਦ ਰੱਖਿਓ। ਤੇ ਇਹਨਾਂ ਠੇਕੇਦਾਰਾਂ ਨੇ ਜਿੰਨਾ ਨੁਕਸਾਨ ਸਾਡੀ ਕੌਮ ਦਾ, ਸਾਡੇ ਸਮਾਜ ਦਾ ਕੀਤਾ, ਕਿਸੇ ਨੇ ਨਹੀਂ ਕੀਤਾ। ਵੱਡੀਆਂ ਵੱਡੀਆਂ ਠਾਠਾਂ ਬਣਾ ਲਈਆਂ, ਵੱਡੇ ਵੱਡੇ ਡੇਰੇ ਤਿਆਰ ਕਰ ਲਏ, ਵੱਡੇ ਵੱਡੇ ਮਹਿਲ ਤਿਆਰ ਕਰ ਲਏ। ਦੁਨੀਆ ਨੂੰ ਕੀ ਦਿੱਤਾ? ਕੱਖ ਵੀ ਨਹੀਂ। ਸਿੱਖੀ ਉੱਥੇ ਦੀ ਉੱਥੇ ਖੜੀ। ਜਦੋਂ ਕੋਈ ਸਿੱਖ ਕੌਮ ਦੇ ਹੱਕਾਂ ਦੀ ਗੱਲ ਆਉਂਦੀ, ਕੋਈ ਬਾਬਾ ਬੋਲਦਾ? ਸੁਣਿਆ ਕਦੀ ਕੋਈ ਬੋਲਦਾ ਬਾਬਾ? ਨਹੀਂ। ਸਮਾਜ ਵਿੱਚ ਨਸ਼ੇ ਨੇ ਬੁਰਾ ਹਾਲ ਕਰਤਾ, ਕੋਈ ਬਾਬਾ ਬੋਲਦਾ ਨਹੀਂ। ਭਲਾ ਕਿਉਂ? ਕਿਉਂਕਿ ਉਹਨਾਂ ਨੂੰ ਸਰਕਾਰਾਂ ਨੇ ਦਬਾ ਕੇ ਰੱਖਿਆ ਜੋ ਹੁੰਦਾ ਹੈ। ਮੂਰਖ ਬਣਾਇਆ ਉਹਨਾਂ ਨੇ ਲੋਕਾਂ ਨੂੰ। ਤੇ ਯਾਦ ਰੱਖਿਓ, ਸਿੱਖ ਕੌਮ ਨੂੰ ਹਥਿਆਰਾਂ ਤੋਂ ਤੋੜ ਕੇ ਮਾਲਾ ਨਾਲ ਜੋੜਨ ਵਾਲੇ ਬਾਬੇ ਐ। ਨਹੀਂ ਤਾਂ ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨੇ ਸਭ ਕੁਝ ਦਿੱਤਾ ਹੈ ਸਾਨੂੰ। ਤੇ ਕਿੱਥੇ ਸਿੱਖ ਆਪਣੇ ਰਾਜ ਦੀ, ਆਪਣੇ ਵੱਖਰੇ ਦੇਸ਼ ਦੀ ਗੱਲ ਕਰਦਾ ਹੁੰਦਾ ਸੀ, ਤੋੜ ਕੇ ਰੱਖ ਦਿੱਤਾ ਸਿੱਖ ਨੂੰ। ਸਿੱਖ ਨੂੰ ਭੋਰਿਆਂ 'ਚ ਬਿਠਾ ਦਿੱਤਾ। ਸੰਤ ਸਿਪਾਹੀ ਨਹੀਂ ਰਹਿਣ ਦਿੱਤਾ ਸਿੱਖ ਨੂੰ। ਸੰਤ ਸਿਪਾਹੀ ਨਹੀਂ ਰਹਿਣ ਦਿੱਤਾ ਸਿੱਖ ਨੂੰ। ਭੋਰਿਆਂ 'ਚ ਬਿਠਾ ਦਿੱਤਾ ਸਿੱਖ ਨੂੰ। ਇਹ ਕੋਤੋਰੀਆਂ ਵੱਲ ਜੋੜ ਦਿੱਤਾ ਸਿੱਖ ਨੂੰ। ਲੇਕਿਨ ਸੁਖਮਣੀ ਇਹ ਨਹੀਂ ਦੱਸਦੀ। ਸੁਖਮਨੀ ਸਾਹਿਬ ਇਹ ਗੱਲ ਕਹਿੰਦੀ ਹੈ ਕਿ ਰੱਬ ਦਾ ਸਿਮਰਨ ਕਰਨ ਵਾਲਾ ਇਨਸਾਨ ਆਪਣੀ ਜ਼ਮੀਰ ਦਾ ਸੌਦਾ ਨਹੀਂ ਕਰਦਾ। ਰੱਬ ਦਾ ਸਿਮਰਨ ਕਰਨ ਵਾਲਾ ਇਨਸਾਨ ਮੌਤ ਦਾ ਭੈ ਨਹੀਂ ਖਾਂਦਾ। ਰੱਬ ਦਾ ਸਿਮਰਨ ਕਰਨ ਵਾਲਾ ਇਨਸਾਨ ਕਦੇ ਵੀ ਅਧਿਆਤਮਿਕ ਪੱਖ ਤੋਂ ਦੁਖੀ ਨਹੀਂ ਹੁੰਦਾ। ਰੱਬ ਦਾ ਸਿਮਰਨ ਕਰਨ ਵਾਲਾ ਜਿਹੜਾ ਇਨਸਾਨ ਹੈ ਨਾ, ਉਹਦੇ ਉੱਤੇ ਇੰਨੀ ਕੁ ਕਿਰਪਾ ਮੇਰੇ ਮਾਲਕ ਸੱਚੇ ਪਾਤਸ਼ਾਹ ਜੀ ਕਹਿੰਦੇ ਹੋ ਜਾਂਦੀ ਹੈ ਕਿ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਨਾ ਉਹਦੇ ਅੰਦਰ ਦੁੱਖ ਹੁੰਦਾ ਹੈ
ਤੇ ਨਾ ਉਹ ਕਿਸੇ ਪ੍ਰਕਾਰ ਦਾ ਸੰਤਾਪ ਹਟਾਉਂਦਾ ਹੈ, ਕਿਉਂਕਿ ਅੰਦਰੋਂ ਬਾਹਰੋਂ ਉਹ ਆਨੰਦ ਚਿੱਤ ਹੋ ਜਾਂਦਾ ਹੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਤੇ ਪ੍ਰਮਾਤਮਾ ਦਾ ਜਿਹੜਾ ਸਿਮਰਨ ਹੈ, ਅਕਾਲ ਪੁਰਖ ਦਾ ਸਿਮਰਨ ਹੈ, ਇਹ ਮਿਲਦਾ ਹੈ ਸਤ ਸੰਗੀਆਂ ਤੋਂ, ਗੁਰਮੁਖ ਪਿਆਰਿਆਂ ਤੋਂ। ਲਾਗ ਲੱਗਦੀ ਕਿੰਨਾ ਤੋਂ? ਜਿਹੜੇ ਅੰਦਰੋਂ ਬਾਹਰੋਂ ਅਭੇਦ ਹੋ ਜਾਂਦੇ ਨੇ ਮਾਲਕ ਨਾਲ, ਪਰਮਾਤਮਾ ਨਾਲ। ਜਦੋਂ ਉਹਨਾਂ ਦੀ ਸੰਗਤ ਕਰਦੇ ਹੋ, ਚੰਗੇ ਲੋਕਾਂ ਦੇ ਕੋਲ ਬਹਿੰਦੇ ਹੋ ਨਾ, ਤੇ ਚੰਗਿਆਈ ਮਿਲਦੀ ਹੈ, ਕੁਛ ਨਾ ਕੁਛ ਪੱਲੇ ਪੈਂਦਾ ਹੈ। ਪਰ ਠੱਗਾਂ ਦੇ ਕੋਲ ਜਾ ਕੇ ਬੈਠੋਗੇ ਤੇ ਠੱਗ ਤੁਹਾਨੂੰ ਆਪਣੇ ਵਰਗੇ ਬਣਾਉਣਗੇ, ਇਹ ਤੋਂ ਜ਼ਿਆਦਾ ਹੋਰ ਤੁਹਾਨੂੰ ਕੋਈ ਸਿੱਖਿਆਵਾਂ ਨਹੀਂ ਦੇਣਗੇ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਿਧਾਂਤ ਹੈ ਨਾ, ਸਭ ਤੋਂ ਜ਼ਿਆਦਾ ਲੁਕਾ ਕੇ ਰੱਖਣ ਵਾਲੇ ਬਾਬੇ ਨੇ, ਡੇਰੇਦਾਰ ਨੇ, ਪਖੰਡੀ ਨੇ, ਜਿਨ੍ਹਾਂ ਨੇ ਬਹੁਤ ਪਾਠ ਕਰਵਾਏ, ਕੋਈ ਸ਼ੱਕ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਲੁਕਾ ਕੇ ਰੱਖਿਆ। ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਵਾ ਛੱਡੇ, ਏਸੀ ਲਵਾ ਛੱਡੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖਾਣੇ ਭੋਜਨ ਖਵਾ ਛੱਡੇ, ਲੇਕਿਨ ਇਹ ਨਹੀਂ ਦੱਸਿਆ ਵੀ ਇਹ ਗਿਆਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਨੂੰ ਭੋਜਨ ਦੀ ਲੋੜ ਨਹੀਂ ਹੈਗੀ। ਲੇਕਿਨ ਲੋਕਾਂ ਨੂੰ ਮੂਰਖ ਬਣਾਇਆ ਉਹਨਾਂ ਨੇ ਰੱਜ ਕੇ। ਉਧਰ ਬ੍ਰਾਹਮਣ ਜਿਹੜਾ ਉਹ ਸ਼ਿਵ ਦੀ ਮੂਰਤੀ ਨੂੰ ਦੁੱਧ ਪਿਲਾਈ ਜਾਂਦਾ ਹੈ, ਇਧਰ ਉਹੀ ਕੰਮ ਸਿੱਖ ਅੱਜ ਪਏ ਕਰੀ ਜਾਂਦੇ ਨੇ। ਉਧਰ ਬ੍ਰਾਹਮਣ ਜਿਹੜਾ ਉਹ ਮੂਰਤਾਂ ਨੂੰ ਜਿਹੜਾ ਮੱਥੇ ਟੇਕ ਟੇਕ ਕੇ ਤੇ ਆਰਤੀਆਂ ਪਈ ਕਰੀ ਜਾਂਦਾ ਹੈ, ਇਧਰ ਸਿੱਖ ਵੀ ਉਹੀ ਕੰਮ ਕਰੀ ਜਾਂਦੇ ਨੇ। ਕਿਹੜੇ ਪਾਸੇ ਆਪਾਂ ਤੁਰ ਪਏ ਆ? ਚੰਗਾ ਪਾਸਾ ਤਾਂ ਸਾਡਾ ਖਤਮ ਹੀ ਹੋ ਗਿਆ ਨਾ। ਅੱਗੇ ਮੇਰੇ ਸਤਿਗੁਰੂ ਅਖੀਰ ਚ ਕਹਿੰਦੇ ਨੇ, ਸਰਬ ਨਿਧਾਨ ਨਾਨਕ ਹਰ ਰੰਗ। ਹੁਣ ਇਸ ਪੰਕਤੀ ਨੂੰ ਧਿਆਨ ਨਾਲ ਸੁਣ ਲਿਓ। ਸਰਬ ਨਿਧਾਨ ਨਾਨਕ ਹਰ ਰੰਗ। ਜਿਹੜਾ ਇਨਸਾਨ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਭਿੱਜ ਜਾਂਦਾ ਹੈ, ਜਿਹੜੇ ਇਨਸਾਨ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਘਰ ਕਰ ਜਾਂਦਾ ਹੈ, ਮੇਰੇ ਮਾਲਕ ਜੀ ਕਹਿੰਦੇ ਨੇ ਦੁਨੀਆ ਭਰ ਦੇ ਖਜ਼ਾਨੇ ਉਹ ਆਪਣੀ ਝੋਲੀ ਦੇ ਵਿੱਚ ਮਹਿਸੂਸ ਕਰਨ ਲੱਗ ਪੈਂਦਾ ਹੈ। ਇਦਾਂ ਲੱਗਦਾ ਹੈ ਕਿ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਉਹ ਹੋ ਗਿਆ। ਸਰਬ ਨਿਧਾਨ, ਸਾਰੇ ਖਜ਼ਾਨੇ ਉਹਨੂੰ ਮਿਲ ਗਏ ਨੇ, ਜਿਹੜਾ ਇਨਸਾਨ ਪ੍ਰਮਾਤਮਾ ਨੂੰ ਪਿਆਰ ਕਰਦਾ ਹੈ। ਦੁਨੀਆ ਵਿੱਚ ਸਭ ਤੋਂ ਵੱਡੀ ਦੌਲਤ ਰੱਬ ਨੂੰ ਪਿਆਰ ਕਰਨਾ ਹੀ ਹੈ। ਸੋ ਅੱਜ ਦੀ ਜਿਹੜੀ ਵਿਚਾਰ ਹੈ, ਇਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਿਮਰਨ ਕਰਨ ਵਾਲਾ ਇਨਸਾਨ ਜ਼ਮੀਰ ਦਾ ਸੌਦਾ ਕਰਕੇ ਵਿਕਾਊ ਨਹੀਂ ਹੁੰਦਾ। ਸਿਮਰਨ ਕਰਨ ਵਾਲਾ ਇਨਸਾਨ ਦੁਖੀ ਨਹੀਂ ਹੁੰਦਾ। ਸਿਮਰਨ ਕਰਨ ਵਾਲਾ ਇਨਸਾਨ ਮੌਤ ਤੋਂ ਨਹੀਂ ਡਰਦਾ। ਸਿਮਰਨ ਕਰਨ ਵਾਲਾ ਇਨਸਾਨ ਵੈਰ ਵਿਰੋਧ ਭਾਵਨਾ ਨਹੀਂ ਰੱਖਦਾ। ਉਹਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਸੁਖਮਣੀ ਕੇਵਲ ਪ੍ਰਮਾਤਮਾ ਦਾ ਨਾਮ ਹੈ, ਹੋਰ ਮੈਨੂੰ ਕਿਤੋਂ ਸੁੱਖ ਨਹੀਂ ਜੇ ਮਿਲਣਾ। ਸੋ ਆਓ ਅੱਜ ਦੀ ਵਿਚਾਰ ਨੂੰ ਪੱਲੇ ਬੰਨੀਏ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਸੀਸ ਨਵਾਈਏ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।